ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਚਰਚਾ ਦੇ ਨਾਲ। ਪੰਜਾਬ ਵਿਧਾਨ ਸਭਾ 2022 ਇਲੈਕਸ਼ਨ ਪ੍ਰਚਾਰ ਸਮਾਪਤ ਹੋਇਆ, VOTING ਸਮਾਪਤ ਹੋਈ ਕੱਲ ਸ਼ਾਮ 6 ਵਜੇ। ਤਾਂ ਰਿਜ਼ਲਟ ਜਿਹੜਾ ਵਾ 10 ਮਾਰਚ ਨੂੰ ਐਲਾਨਿਆ ਜਾਵੇਗਾ। ਪਰ ਰਿਜ਼ਲਟ ਤੋਂ ਪਹਿਲਾਂ ਇੱਕ ਹੋਰ ਸਵਾਲ ਜਿਹੜਾ ਵਾ ਵੱਡਾ ਖੜਾ ਹੁੰਦਾ ਵਾ ਕਰੋੜਾਂ ਰੁਪਏ ਦੀ ਲਗਾਈ ਗਈ ਪ੍ਰਚਾਰ ਸਮੱਗਰੀ ਦਾ। ਪੰਜਾਬ ਭਰ ਦੇ ਵਿੱਚ ਪਬਲਿਕ ਅਤੇ ਸਰਕਾਰੀ ਪ੍ਰਾਪਰਟੀ ਦੇ ਉੱਤੇ ਉਮੀਦਵਾਰਾਂ ਵੱਲੋਂ ਕਰੋੜਾਂ ਰੁਪਏ ਦੀ ਪ੍ਰਚਾਰ ਸਮੱਗਰੀ ਲਗਾ ਦਿੱਤੀ ਗਈ ਹੈ ਤੇ ਹੁਣ ਵੋਟਿੰਗ ਹੋਣ ਤੋਂ ਬਾਅਦ ਇਸ ਪ੍ਰਚਾਰ ਸਮੱਗਰੀ ਨੂੰ ਉਤਾਰਨ ਦੀ ਜ਼ਿੰਮੇਵਾਰੀ ਕਿਸ ਦੀ ਆ? ਵੱਡਾ ਸਵਾਲ ਖੜਾ ਹੁੰਦਾ। ਉਮੀਦਵਾਰ ਪ੍ਰਚਾਰ ਸਮੱਗਰੀ ਲਗਾ ਤਾਂ ਦਿੰਦੇ ਨੇ, ਪਰ ਉਤਾਰਨ ਦੀ ਜ਼ਿੰਮੇਵਾਰੀ ਕਿਸ ਦੀ ਆ? ਦੇਖਦੇ ਹਾਂ ਲੁਧਿਆਣਾ ਦੇ ਲੋਕਾਂ ਦਾ ਕੀ ਹੈ ਇਸ ਬਾਰੇ ਕਹਿਣਾ ਤੇ ਕੌਣ ਹੈ ਇਸ ਪ੍ਰਚਾਰ ਸਮੱਗਰੀ ਨੂੰ ਉਤਾਰਨ ਲਈ ਜ਼ਿੰਮੇਵਾਰ। ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ, ਜੋ ਇਲੈਕਸ਼ਨ ਕਮਿਸ਼ਨ ਨੂੰ ਇਹ ਜਦੋਂ ਪਰਮਿਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਥੇ ਬੋਰਡ ਲਾ ਸਕਦੇ ਹੋ, ਇੱਥੇ ਪੋਸਟਰ ਲਾ ਸਕਦੇ ਹੋ, ਤੇ ਇਲੈਕਸ਼ਨ ਕਮਿਸ਼ਨ ਨੂੰ ਇਹ ਵੀ ਨਾਲ ਚਾਹੀਦਾ ਕਿ ਜਦੋਂ ਤੁਸੀਂ ਤੁਹਾਡਾ ਇਲੈਕਸ਼ਨ ਹੋ ਹਟਦਾ ਉਸ ਤੋਂ ਬਾਅਦ ਇਹ ਦੁਬਾਰਾ ਸਾਫ਼ ਕਰਾਉਣ ਦਾ, ਬੋਰਡ ਉਤਾਰਨ ਦਾ ਇੱਕ ਨਿਯਤ ਮਿਤੀ ਹੋਣੀ ਚਾਹੀਦੀ ਹੈ, ਇੱਕ ਡੇਟ ਹੋਣੀ ਚਾਹੀਦੀ ਹੈ, ਫਿਕਸ ਟਾਈਮ ਹੋਣਾ ਚਾਹੀਦਾ। ਔਰ ਜਿੱਦਾਂ ਲੋਕਾਂ ਦਾ ਇਹਨਾਂ ਕਰਕੇ ਨੁਕਸਾਨ ਹੁੰਦਾ, ਜਾਂ ਜਿਵੇਂ ਆਹ ਦੇਖੋ ਤੁਸੀਂ ਆਹ ਦੀਵਾਰ ਤੇ ਪੋਸਟਰ ਲੱਗਿਆ ਹੈ, ਲੇਕਿਨ ਉਸ ਤੋਂ ਬਾਅਦ ਅਗਲਾ ਉਤਾਰਨ ਲੱਗਦਾ ਵਾ, ਉਤਾਰਨ ਦੀ ਜ਼ਿੰਮੇਵਾਰੀ ਲੋਕਾਂ ਦੀ ਹੈ, ਨਾ ਕਿ ਕੈਂਡੀਡੇਟ ਦੀ ਹੈ। ਕੋਈ ਵੀ ਪੋਲੀਟੀਕਲ ਪਾਰਟੀ ਹੈ ਉਹਨੂੰ ਇਹ ਚਾਹੀਦਾ ਕਿ ਜੇ ਤੁਸੀਂ ਪੋਸਟਰ ਕਿਤੇ ਲਾਇਆ ਹੋ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਹਾਰੋ ਜਾਂ ਜਿੱਤੋ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਪੋਸਟਰ ਲੋਕਾਂ ਦੀਆਂ ਦੀਵਾਰਾਂ ਜਿਹੜੀਆਂ ਸਾਫ਼ ਕਰਾ ਕੇ ਦਿੱਤੀਆਂ। ਜੇ ਲੋਕਾਂ ਦੇ ਪੇਂਟ ਕਰਾਉਣ ਤੇ ਸਾਫ਼ ਕਰਨ ਤੇ ਲੋਕਾਂ ਦਾ ਬਹੁਤ ਪੈਸਾ ਜਾਇਆ ਹੁੰਦਾ ਵਾ। ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਚਾਹੀਦਾ, ਇਲੈਕਸ਼ਨ ਕਮਿਸ਼ਨ ਨੂੰ ਇਹ ਚਾਹੀਦਾ ਵਾ ਕਿ ਘੱਟੋ ਘੱਟ ਇਹਨਾਂ 'ਤੇ ਇਸ ਤਰ੍ਹਾਂ ਦਾ ਕੋਈ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਵਾ, ਜਿਸ ਕਰਕੇ ਇਹਨਾਂ ਦੇ ਇਹ ਹੈ ਕਿ ਕੋਈ ਕੰਪਲੇਂਟ ਕਰੇ ਤੇ ਪਰਚਾ ਦਰਜ ਹੁੰਦਾ ਵਾ। ਲੇਕਿਨ ਕੌਣ ਕੰਪਲੇਂਟ ਕਰਦਾ ਹੈ? ਹਰ ਬੰਦਾ ਥਾਣੇ ਜਾਣ ਤੋਂ ਪਰੇਸ਼ਾਨ ਡਰਦਾ ਵਾ ਕਿ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ। ਇਹ ਲੋਕ ਤਾਂ ਪਹਿਲਾਂ ਹੀ ਬਹੁਤ ਤਾਕਤਵਰ ਹੁੰਦੇ ਨੇ, ਇਹਨਾਂ ਦੇ ਮਗਰ ਪੈਸਾ, ਹਰ ਚੀਜ਼ ਇਹਨਾਂ ਕੋਲ ਸਾਰਾ ਕੁਝ ਹੈ, ਸਾਮ ਦਾਮ ਦੰਡ ਵੇਦ ਇਹਨਾਂ ਕੋਲ ਸਭ ਕੁਝ ਹੈ। ਸਰਕਾਰੀ ਪ੍ਰਾਪਰਟੀ ਖਰਾਬ ਕਰਨ ਦਾ ਮਤਲਬ ਹੀ ਨਹੀਂ ਕੋਈ। ਪਹਿਲਾਂ ਜਦੋਂ ਵੋਟਾਂ ਪੈਂਦੀਆਂ ਸੀ ਅੱਗੇ ਚੋਣ ਕਮਿਸ਼ਨ ਨੇ ਲੱਗਣ ਨਹੀਂ ਸੀ ਦਿੱਤੇ, ਐਤਕੀ ਪਤਾ ਨਹੀਂ ਕਿਉਂ ਢਿੱਲ ਮਿਲੀ ਹੈ ਤੇ ਸਾਰਾ ਸ਼ੋਅ ਖਰਾਬ ਕਰਦੀ ਹੈ ਸ਼ਹਿਰ ਦੀ। ਬਿਲਕੁਲ ਸਰਕਾਰ ਨੂੰ ਚਾਹੀਦਾ ਜੁਰਮਾਨਾ ਲਾਉਣਾ ਜਾਂ ਟਾਈਮ ਦੇਣ ਵੀ, ਇਹਨਾਂ ਹਫ਼ਤੇ ਦੇ ਅੰਦਰ ਹਟਾਏ ਜਾਣ। ਇਹ ਲੋਕਾਂ ਦੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ, ਲੋਕਾਂ ਦੀ ਦੁਬਾਰਾ ਖਰਾਬ ਹੁੰਦੀਆਂ। ਬਿਲਕੁਲ ਘਰਾਂ 'ਚ ਵੀ ਖਰਾਬ, ਸਭ ਦੇ ਰੰਗ ਰੋਗਨ ਖਰਾਬ ਹੋ ਜਾਂਦੇ ਨੇ, ਫਾਲਤੂ ਚਾਰਜ ਪੈਂਦੇ ਨੇ। ਜਿੱਥੋਂ ਤੱਕ ਸਵਾਲ ਹੈ ਵੀ ਜੋ ਸਮੱਗਰੀ ਕੰਧਾਂ ਦੇ ਉੱਤੇ ਦੀਵਾਰਾਂ 'ਤੇ ਲੱਗੀ ਹੈ ਜਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲੱਗੀ ਹੈ, ਇਹ ਜੇ ਹਰ ਕੈਂਡੀਡੇਟ ਜਿਹਨੇ ਆਪਣੀ ਇਹ ਸਮੱਗਰੀ ਲਾਈ ਹੈ, ਵੈਸੇ ਤਾਂ ਉਹ ਸਾਰੇ ਕੈਂਡੀਡੇਟਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਨੂੰ ਵਧੀਆ ਤੇ ਸਾਫ਼ ਸੁਥਰਾ ਰੱਖਣ ਵਾਸਤੇ। ਕਿਉਂਕਿ ਜਦੋਂ ਵੀ ਕੋਈ ਕੈਂਡੀਡੇਟ ਚੋਣ ਜਿੱਤ ਕੇ ਆਪਣਾ ਜਿੱਤਣ ਵਾਸਤੇ ਆਉਂਦਾ ਤੇ ਉਹ ਇੱਕ ਗੱਲ ਕਹਿੰਦਾ ਕਿ ਮੈਂ ਸ਼ਹਿਰ ਨੂੰ ਬਹੁਤ ਖੂਬਸੂਰਤ ਬਣਾਵਾਂਗਾ, ਲੇਕਿਨ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਂ ਚੋਣ ਪ੍ਰਚਾਰ ਕਰ ਰਹੇ ਹੁੰਦੇ ਨੇ ਤੇ ਉਹ ਜਾਣੇ ਅਣਜਾਣੇ ਦੇ ਵਿੱਚ ਸ਼ਹਿਰ ਨੂੰ ਗੰਦਾ ਕਰ ਰਹੇ ਹੁੰਦੇ ਨੇ। ਜੇ ਜ਼ਿੰਮੇਵਾਰੀ ਇਹ ਸਾਰੀ ਹਰ ਕੈਂਡੀਡੇਟ ਦੀ ਹੈ ਕਿ ਜਿਹੜੇ ਚੋਣ ਪ੍ਰਚਾਰ ਕਰ ਰਹੇ ਆ, ਉਹ ਵੈਸੇ ਤਾਂ ਉਹ ਆਪਣੀਆਂ ਟੀਮਾਂ ਲਗਾਉਣ, ਜੇ ਲਾਉਣ ਵਾਸਤੇ ਆ ਤੇ ਉਤਾਰਨ ਵੀ। ਪਰ ਦੂਜੀ ਗੱਲ ਇਹ ਹੈ ਕਿ ਜਦੋਂ ਕੋਈ ਕੰਧਾਂ ਦੇ ਉੱਤੇ ਪੋਸਟਰ ਲੱਗਦੇ ਨੇ, ਉਹ ਬੜੇ ਲੋਕਾਂ ਨੇ ਪੇਂਟ ਕਰਾਇਆ ਹੁੰਦਾ, ਸਿਸਟਮ ਹੁੰਦਾ, ਹਰ ਬੰਦੇ ਨੇ ਪੈਸੇ ਲਾਏ ਹੁੰਦੇ ਆ। ਲੇਕਿਨ ਆਹ ਦੇਖੋ, ਮੈਂ ਤੁਹਾਨੂੰ ਦਿਖਾਉਣਾ ਇੱਕ ਕਿ ਇੱਥੇ ਪੋਸਟਰ ਲੱਗੇ ਹੋਏ ਸੀ ਤੇ ਇਹਨਾਂ ਪੋਸਟਰਾਂ ਨੂੰ ਲੱਗੇ ਹੋਣ ਦੇ ਬਾਵਜੂਦ ਜਦੋਂ ਇਹ ਅੱਜ ਉਤਾਰੇ ਗਏ ਨੇ ਤੇ ਅੱਜ ਸਾਰੇ ਦਾ ਸਾਰਾ ਪੇਂਟ ਹੀ ਖਰਾਬ ਹੋ ਗਿਆ। ਸੋ ਹਰ ਜਿਹੜੇ ਕੈਂਡੀਡੇਟ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਹਿਲੀ ਗੱਲ ਤਾਂ ਇਹੋ ਜਿਹੇ ਪੋਸਟਰ ਨਾ ਲਗਾਏ ਜਾਣ ਜਿਹੜੇ ਕਿਸੇ ਦੀ ਵੀ ਬਿਲਡਿੰਗ ਨੂੰ ਉਹ ਖਰਾਬ ਕਰਨ। ਪੋਸਟਰ ਅੱਗੇ ਪਰੇਸ਼ਾਨੀਆਂ ਤਾਂ ਇਹੀ ਹੈ, ਕੰਧਾਂ ਖਰਾਬ ਹੋ ਜਾਂਦੀਆਂ, ਮੁੱਲਾਂ ਕੋਈ ਆਉਂਦਾ ਨਹੀਂ ਮੁੜ ਕੇ, ਸਾਰਾ ਦੂਜੇ ਭਰ ਜਾਂਦੇ ਆ, ਆਲੇ ਦੁਆਲੇ ਸਾਰੇ ਭਰ ਜਾਂਦੇ ਆ। ਤੁਹਾਡੀ ਸਹਿਮਤੀ ਨਾਲ ਲੱਗਦੀਆਂ ਵਾ? ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ, ਸਾਨੂੰ ਤਾਂ ਸਵੇਰੇ ਪਤਾ ਲੱਗਦਾ, ਸ਼ਾਮੀ ਪਤਾ ਲੱਗਦਾ। ਪੋਸਟਰ ਲੱਗ ਜਾਂਦੇ ਆ, ਕਦੋਂ ਲਾ ਜਾਂਦੇ ਆ ਪਤਾ ਨਹੀਂ ਲੱਗਦਾ, ਕਦੋਂ ਲੱਗ ਜਾਂਦੇ, ਰਾਤੀ ਲੱਗ ਜਾਂਦੇ, ਦਿਨੇ ਲੱਗ ਜਾਂਦੇ ਆ। ਸਾਨੂੰ ਨਹੀਂ ਕੀ ਪਤਾ, ਸਾਨੂੰ ਜੇ ਸਾਨੂੰ ਪਤਾ ਲੱਗੇ ਤਾਂ ਲਾਉਣਾ ਪਈਏ। ਹੁਣ ਕੀ ਪਰੇਸ਼ਾਨੀ ਹੋ ਰਹੀ ਹੈ? ਹੁਣ ਪਰੇਸ਼ਾਨੀ ਲੱਗੀ ਹੋਈ ਹੈ, ਹੁਣ ਕੀ ਕਰੀਏ, ਹੁਣ ਕੌਣ ਲਾਊਗਾ? ਸਾਡੇ ਕੋਲ ਲੈਣ ਦੀ ਹਿੰਮਤ ਨਹੀਂ ਹੈਗੀ, ਹੁਣ ਲੱਗੇ ਹੋਏ ਆ ਬਸ। ਹੋਰ ਕੀ ਹੈ? ਪ੍ਰਸ਼ਾਸਨ ਨੂੰ ਚਾਹੀਦਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਤਾਰੇ ਜਾਂ ਕੈਂਡੀਡੇਟ ਨੂੰ ਤਾਰੇ, ਕੈਂਡੀਡੇਟ ਨੂੰ ਕਹੇ ਤਾਰੇ ਜਾ ਫਿਰ। ਤੇ ਨੁਕਸਾਨ, ਪਾਲਿਸ਼ ਖਰਾਬ ਹੋ ਜਾਂਦੀ, ਸਾਰੀ ਕਲੀਆਂ ਕੁਲੀਆਂ ਖਰਾਬ ਹੋ ਜਾਂਦੀਆਂ, ਰੰਗ ਖਰਾਬ ਹੋ ਜਾਂਦੇ, ਮਹਿੰਗੇ ਰੰਗ ਰੋਗਣ ਖਰਾਬ ਹੋ ਜਾਂਦੇ ਆ। देखो ਜਿਹੜੇ ਕੈਂਡੀਡੇਟ ਵੀ ਆਪਣੇ ਪ੍ਰਚਾਰ ਵਾਸਤੇ ਕੋਈ ਪੋਸਟਰ ਬੈਨਰ ਜਾਂ ਕੋਈ
ਯੂਜ਼ ਕਰਦੇ ਨੇ ਮਟੀਰੀਅਲ, ਤਾਂ ਉਹਨਾਂ ਦਾ ਪਹਿਲਾਂ ਤਾਂ ਫਰਜ਼ ਬਣਦਾ ਵੀ ਉਹ ਲੀਗਲ ਸਾਈਟਾਂ ਯੂਜ਼ ਕਰਨ। ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਵੀ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਦੇ ਉੱਤੇ, ਪਬਲਿਕ ਪ੍ਰਾਪਰਟੀਆਂ ਦੇ ਉੱਤੇ ਫਲੈਕਸ ਜਾਂ ਪੋਸਟਰ ਲਾਉਣ। ਇਹ ਇਨਲੀਗਲ ਆ। ਜਦੋਂ ਇਹਨਾਂ ਨੇ ਲੀਗਲ ਸਾਈਟਾਂ ਹਾਇਰ ਕੀਤੀਆਂ ਹੋਣਗੀਆਂ ਤਾਂ ਲੀਗਲ ਸਾਈਟ ਦੇ ਉੱਤੇ ਆਪੇ ਜਿਸ ਬੰਦੇ ਨੇ ਸਾਈਟ ਦਿੱਤੀ ਉਹਦੀ ਰਿਸਪੌਂਸਿਬਿਲਿਟੀ ਉਹ ਆਪੇ ਉਤਾਰ ਲੈਂਦਾ। ਲੇਕਿਨ ਕੈਂਡੀਡੇਟ ਕੀ ਕਰਦੇ ਆ ਕਿ ਆਪਣਾ ਪ੍ਰਚਾਰ ਦੇ ਚੱਕਰ ਦੇ ਵਿੱਚ ਗਲਤ ਤਰੀਕੇ ਦੇ ਨਾਲ ਪਬਲਿਕ ਪ੍ਰਾਪਰਟੀਆਂ ਦੇ ਉੱਤੇ ਜਾਂ ਲੋਕਾਂ ਦੇ ਘਰਾਂ ਦੇ ਉੱਤੇ ਪੋਸਟਰ ਜਾਂ ਬੈਨਰ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਲਗਾ ਦਿੰਦੇ ਆ। ਮੈਂ ਤੇ ਦੱਸਣਾ ਚਾਹੁੰਦਾ ਹਾਂ ਵੀ ਕੇਰਲਾ ਹਾਈ ਕੋਰਟ ਨੇ ਇੱਕ ਜਜਮੈਂਟ ਦਿੱਤੀ ਹੈ ਆਲਰੇਡੀ ਵੀ ਜੋ ਵੀ ਤੁਸੀਂ ਮਟੀਰੀਅਲ ਯੂਜ਼ ਕਰਨਾ ਉਹ ਬਾਇਓਡੀਗ੍ਰੇਡੇਬਲ ਮਟੀਰੀਅਲ ਯੂਜ਼ ਕਰਨਾ। ਵੀ ਜਿਹੜੇ ਪੋਸਟਰ ਬੈਨਰ ਮਤਲਬ ਜਿਹੜੇ ਨੇ ਉਹ ਮਤਲਬ ਇਸ ਤਰੀਕੇ ਨਾਲ ਹੋਣ ਵੀ ਉਹ ਐਨਵਾਇਰਨਮੈਂਟ ਦੇ ਵਿੱਚ ਆਪਣੇ ਆਪ ਗਲ ਜਾਣ। ਤੇ ਲੇਕਿਨ ਸਾਡੇ ਕੀ ਹੈ ਇੱਥੇ ਫਲੈਕਸਾਂ ਯੂਜ਼ ਹੋ ਰਹੀਆਂ, ਪਲਾਸਟਿਕ ਦੀਆਂ ਝੰਡੀਆਂ ਯੂਜ਼ ਹੋ ਰਹੀਆਂ ਜਿਹੜੀਆਂ ਕਿ ਕਈ ਸਾਲ ਗਲਦੀਆਂ ਨਹੀਂ ਹੈਗੀਆਂ। ਸੋ ਕੇਰਲਾ ਹਾਈ ਕੋਰਟ ਦੀ ਉਹ ਜਜਮੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਦਾਇਰ ਕੀਤਾ। ਮੈਟਰ ਹਜੇ ਸਬਜੂਡਾਈਜ਼ਡ ਹੈ, ਲੇਕਿਨ ਇਹ ਜਿਹੜੇ ਲੀਡਰ ਨੇ ਇਹ ਆਪਣੀ ਲੀਡਰੀ ਚਮਕਾਉਣ ਦੇ ਚੱਕਰ ਦੇ ਵਿੱਚ ਪੋਸਟਰ ਜਾਂ ਬੈਨਰ ਲਾ ਤਾਂ ਦਿੰਦੇ ਆ, ਲੇਕਿਨ ਇਹ ਆਪਣੀ ਕੋਈ ਸੈਂਸ ਆਫ ਰਿਸਪੌਂਸਿਬਿਲਿਟੀ ਨਹੀਂ ਸਮਝਦੇ ਸੋਸਾਇਟੀ ਦੇ ਪ੍ਰਤੀ ਵੀ ਅਸੀਂ ਸ਼ਹਿਰ ਦੀ ਜਿਹੜੀ ਲੋਕਾਂ ਪੋਸਟਰ ਲਾ ਕੇ ਖਰਾਬ ਕਰ ਰਹੇ ਹਾਂ। ਦੂਜੀ ਗੱਲ ਇਹ ਹੈ ਵੀ ਇਹ ਕਿਸੇ ਪ੍ਰਾਪਰਟੀ ਓਨਰ ਦੀ ਕੰਸੈਂਟ ਵੀ ਨਹੀਂ ਲੈਂਦੇ। ਮੰਨ ਲਓ ਮੇਰਾ ਘਰ ਹੈ, ਜਿਹੜੀ ਮਰਜ਼ੀ ਪਾਰਟੀ ਦਾ ਦਿਲ ਕੀਤਾ ਝੰਡਾ ਲਾਤਾ ਚੱਕ ਕੇ, ਉਹ ਸਾਡੇ ਵਰਗਾ ਬੰਦਾ ਉਤਾਰ ਕੇ ਚੱਕ ਕੇ ਡਸਟਬਿਨ ਦੇ ਵਿੱਚ ਸੁੱਟ ਦਿੰਦਾ। ਸਾਨੂੰ ਨਹੀਂ ਪਸੰਦ ਵੀ ਸਾਡੇ ਘਰ ਦੇ ਬਾਹਰ ਝੰਡਾ ਕਿਉਂ ਲਾ ਰਹੇ ਹੋ ਤੁਸੀਂ। ਝੰਡੇ ਦੀ ਤਾਂ ਗੱਲ ਸਮਝਦੀ, ਪਰ ਕਈ ਪੋਸਟਰ ਜਿਹੜੇ ਮੈਂ ਉਹੀ ਗੱਲ ਕਰਦਾ ਜੀ। ਉਸ ਤੋਂ ਬਾਅਦ ਕੋਈ ਪੋਸਟਰ ਲਾ ਦਿੰਦਾ, ਉਹਨੂੰ ਖੁਰਚੋ ਸਾਰਾ ਪੇਂਟ ਖਰਾਬ ਹੋ ਜਾਂਦਾ, ਬੈਨਰ ਲਾ ਦਿੰਦਾ। ਮਤਲਬ ਉਹ ਜਿਹੜਾ ਘਰ ਵਾਲਾ ਜਿਹਦਾ ਘਰ ਹੁੰਦਾ ਉਹ ਮੈਂ ਦੇਖਿਆ ਕਈ ਅੱਜ ਕੱਲ੍ਹ ਸਟicker ਇਸ ਤਰੀਕੇ ਦੇ ਨਾਲ ਲਾਉਣ ਲੱਗੇ ਕਿ ਉਹ ਸਟicker ਤੁਸੀਂ ਜਿੱਦਾਂ ਮਰਜ਼ੀ ਤੁਸੀਂ ਉਹਨੂੰ ਖੁਰਚੀ ਚੱਲੋ, ਉਹ ਤੁਹਾਡਾ ਜਿਹੜਾ ਘਰ ਦਾ ਜੋ ਪੱਥਰ ਹੈ ਜਾਂ ਜੋ ਤੁਹਾਡੀ ਬਾਉਂਡਰੀ ਵਾਲ ਹੈ ਉਹ ਖਰਾਬ ਹੋ ਜਾਣੀ, ਉਹ ਸਟicker ਨਹੀਂ ਉਤਰਨਾ ਹੈਗਾ। ਇਹਨਾਂ ਜਿਹੜੇ ਲੀਡਰਸ ਨੇ ਇਹਨਾਂ ਦੇ ਵਿੱਚ ਕੋਈ ਮਤਲਬ ਸਾਰੇ ਤਾਂ ਨਹੀਂ ਮੈਂ ਕਹਿੰਦਾ ਵੀ, ਲੇਕਿਨ ਜ਼ਿਆਦਾਤਰ ਦੇ ਵਿੱਚ ਸੈਂਸ ਆਫ ਰਿਸਪੌਂਸਿਬਿਲਿਟੀ ਨਹੀਂ ਹੈਗੀ ਕਿ ਅਸੀਂ ਇਹ ਜੇ ਲਗਾਏ ਆ ਤਾਂ ਅਸੀਂ ਉਤਾਰਨੇ ਵੀ ਹੈਗੇ ਆ। ਤੇ ਇਹਦੇ ਨਾਲ ਜਿਹੜੀ ਸ਼ਹਿਰ ਦੀ ਜਿਹੜੀ ਖੂਬਸੂਰਤੀ ਆ ਜਾਂ ਉਹ ਜਿਹੜੀ ਹੈ ਖਰਾਬ ਹੁੰਦੀ ਆ। ਹੁਣ ਜੇ ਮੰਨ ਲਓ ਕਿਸੇ ਬੰਦੇ ਦੀ ਪ੍ਰਾਪਰਟੀ ਦੇ ਉੱਤੇ ਇਹਨਾਂ ਨੇ ਪੋਸਟਰ ਲਾਤਾ ਜਾਂ ਕੋਈ ਐਸਾ ਸਟicker ਲਾਤਾ ਜਿਹਦੇ ਵਿੱਚ ਗਮ ਬਹੁਤ ਗੰਦੀ ਲੱਗੀ ਹੋਈ ਆ ਔਰ ਉਹਦੇ ਨਾਲ ਪਿੱਲਰ ਔਰ ਉਹਦੇ ਵਾਲ ਖਰਾਬ ਹੋ ਜਾਣੀ ਆ, ਅਗਲਾ ਡਰਦਾ ਮਾਰਾ ਸ਼ਿਕਾਇਤ ਨਹੀਂ ਕਰਦਾ ਵੀ ਮੈਂ ਦੁਸ਼ਮਣੀ ਕਿਉਂ ਲੈਣੀ ਆ, ਕੱਲ੍ਹ ਨੂੰ ਮੈਂ ਕੰਪਲੇਂਟ ਕਰੂੰਗਾ ਇਲੈਕਸ਼ਨ ਕਮਿਸ਼ਨ ਨੂੰ, ਇਹ ਮੈਨੂੰ ਤੰਗ ਕਰਨਗੇ। ਇਲੈਕਸ਼ਨ ਕਮਿਸ਼ਨ ਦਾ ਹਾਲ ਇਹ ਹੈ ਉਹ ਕੋਈ ਸੂਓ ਮੋਟੋ ਕੋਗਨੀਜੈਂਸ ਲੈਂਦੇ ਨਹੀਂ, ਜਦ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਸ ਮੈਟਰ ਤੇ ਸੂਓ ਮੋਟੋ ਕੋਗਨੀਜੈਂਸ ਲੈ ਕੇ ਕੈਂਡੀਡੇਟ ਤੇ ਕਾਰਵਾਈ ਕਰਨ। ਤੇ ਉਹ ਕੰਪਲੇਂਟ ਦਾ ਇੰਤਜ਼ਾਰ ਕਰਦੇ ਆ ਵੀ ਸਾਨੂੰ ਕੰਪਲੇਂਟ ਆਵੇ। ਕੰਪਲੇਂਟ ਕਰੇ ਕੌਣ, ਕਿਉਂਕਿ ਕੋਈ ਵੀ ਬੰਦਾ ਇਸ ਮੈਟਰ ਦੇ ਵਿੱਚ ਦੁਸ਼ਮਣੀ ਲੈਣਾ ਨਹੀਂ ਚਾਹੁੰਦਾ। ਜ਼ਿੰਮੇਵਾਰੀ ਕਿਸੇ ਦੀ ਨਹੀਂ ਬਣਦੀ। ਜ਼ਿੰਮੇਵਾਰੀ ਦੇਖੋ, ਜ਼ਿੰਮੇਵਾਰੀ ਦੋ ਬੰਦਿਆਂ ਦੀ ਬਣਦੀ ਹੈ, ਇੱਕ ਤਾਂ ਬਣਦੀ ਹੈ ਕੈਂਡੀਡੇਟ ਦੀ ਤਾਂ ਸਿੱਧੇ ਤੌਰ ਤੇ ਬਣਦੀ ਹੈ, ਬਾਕੀ ਇਲੈਕਸ਼ਨ ਕਮਿਸ਼ਨ ਦੀ ਵੀ ਬਣਦੀ ਆ ਕੋਈ। ਲੇਕਿਨ ਹੁਣ ਸਵਾਲ ਇਹ ਹੈ ਕਿ ਲੋਕ ਦੁਸ਼ਮਣੀ ਨਹੀਂ ਮੁੱਲ ਲੈਣਾ ਚਾਹੁੰਦੇ ਕੈਂਡੀਡੇਟਾਂ ਨਾਲ। ਅਗਲਾ ਕਹਿੰਦਾ ਵੀ ਪੋਲੀਟੀਕਲ ਬੰਦੇ ਆ, ਕੱਲ੍ਹ ਨੂੰ ਸਾਡੇ ਨਾਲ ਕੋਈ ਸਟੇਜ ਤੇ ਕੋਈ ਗੱਲ ਹੁੰਦੀ ਹੈ ਤਾਂ ਸਾਡੇ ਜਾ ਕੇ ਉਲਟ ਖੜੇ ਹੋਣਗੇ, ਸਾਡੇ ਉਲਟ ਭੁਗਤਣਗੇ, ਇਸ ਕਰਕੇ ਡਰਦੇ ਮਾਰੇ ਉਹ ਮੂਹਰੇ ਨਹੀਂ ਆਉਂਦੇ। ਅਦਰਵਾਈਜ਼ ਤੁਸੀਂ ਸਾਰਾ ਸ਼ਹਿਰ ਦੇਖੋ, ਜਿੱਦਾਂ ਇਹਨਾਂ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਹੈ, ਸਿੱਧੇ ਤੌਰ ਦੇ ਉੱਤੇ ਇੱਕ ਐਡਵਰਟਾਈਜ਼ਮੈਂਟ ਪਾਲਿਸੀ ਹੈ। ਪੰਜਾਬ ਸਰਕਾਰ ਨੇ ਇੱਕ ਪਾਲਿਸੀ ਕੱਢੀ ਹੋਈ ਹੈ ਜਿਹਦੇ ਵਿੱਚ ਫਾਈਨ ਦਾ ਪ੍ਰੋਵੀਜ਼ਨ ਹੈ। ਪਹਿਲਾਂ ਤਾਂ ਕਾਰਪੋਰੇਸ਼ਨ ਨੂੰ ਚਾਹੀਦਾ ਵੀ ਜੇ ਪਬਲਿਕ ਪ੍ਰਾਪਰਟੀਆਂ ਦੇ ਉੱਤੇ ਇਹ ਪੋਸਟਰ ਜਾਂ ਬੈਨਰ ਲਾ ਰਹੇ, ਕਾਰਪੋਰੇਸ਼ਨ ਇਹਨਾਂ ਦੀ ਚਲਾਨ ਕਰਕੇ ਫਾਈਨ ਕਿਉਂ ਨਹੀਂ ਕਰਦੀ ਆਇਡੈਂਟੀਫਾਈ ਕਰਕੇ। ਔਰ ਦੂਸਰੀ ਗੱਲ ਇਹ ਹੈ ਕਿ ਜੇ ਕਿਸੇ ਪ੍ਰਾਈਵੇਟ ਘਰ ਦੇ ਉੱਤੇ ਲਾ ਵੀ ਗਏ ਤੇ ਫਿਰ ਇਲੈਕਸ਼ਨ ਕਮਿਸ਼ਨ ਵੇਟ ਕਰਦਾ ਹੈ ਕੰਪਲੇਂਟ ਦੀ। ਸੋ ਇਹ ਪੂਰੇ ਮੈਟਰ ਦੇ ਵਿੱਚ ਜਿਹੜਾ ਸਾਡਾ ਸ਼ਹਿਰ ਹੈ ਇਹ ਜ਼ਰੂਰ ਗੰਦਾ ਕਰ ਦਿੰਦੇ ਇਲੈਕਸ਼ਨਾਂ ਦੇ ਚੱਕਰ 'ਚ, ਔਰ ਆਪਣੀ ਕੋਈ ਰਿਸਪੌਂਸਿਬਿਲਿਟੀ ਨਹੀਂ ਸਮਝਦੇ। ਜੋ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੇ, ਮੇਰੀ ਉਹਨਾਂ ਨੂੰ ਅਪੀਲ ਹੈ ਕਿ ਉਹ ਇਸ ਵੱਲ ਜ਼ਰੂਰ ਧਿਆਨ ਦੇਣ, ਸਾਰੇ ਕੈਂਡੀਡੇਟਾਂ ਨੂੰ ਹਦਾਇਤਾਂ ਜਾਰੀ ਕਰਨ ਕਿ ਜਿਨ੍ਹਾਂ ਲੋਕਾਂ ਦੀਆਂ ਜਿਨ੍ਹਾਂ ਦੀਵਾਰਾਂ ਖਰਾਬ ਕੀਤੀਆਂ, ਜਿਨ੍ਹਾਂ ਦੇ ਤੁਸੀਂ ਸਰਕਾਰੀ ਖੰਭਿਆਂ ਤੇ ਪੋਸਟਰ ਲਾਏ ਆ, ਜਾਂ ਕੋਈ ਵੀ ਤਰ੍ਹਾਂ ਦੀ ਤੁਸੀਂ ਸੰਪत्ति ਨੂੰ ਨੁਕਸਾਨ ਪਹੁੰਚਾਇਆ ਵਾ, ਉਹਦੇ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਲਓ, ਕੈਂਡੀਡੇਟ ਦੀ ਜ਼ਿੰਮੇਵਾਰੀ ਤੈਅ ਕਰੋ। ਜਿਹੜੇ ਕੈਂਡੀਡੇਟ ਦਾ ਪੋਸਟਰ ਲੱਗਾ ਉਹਦੀ ਜ਼ਿੰਮੇਵਾਰੀ ਤੈਅ ਕਰੋ ਕਿ ਇੱਥੇ ਸਾਫ਼ ਸਫਾਈ ਕੀਤੀ ਜਾਵੇ, ਸਵੱਛ ਚੁਣਾਵ ਜਿਹੜਾ ਹੈ ਉਹ ਕਰਾਇਆ ਜਾਣਾ ਚਾਹੀਦਾ ਵਾ। ਹੁਣ ਤਾਂ ਡਿਜੀਟਲ ਦਾ ਜ਼ਮਾਨਾ ਹੈ, ਡਿਜੀਟਲ ਦੇ ਸਾਰਾ ਆ ਰਿਹਾ, ਪ੍ਰਚਾਰ ਪ੍ਰਸਾਰ ਹੋ ਰਿਹਾ, ਕੋਈ ਤੁੱਕ ਨਹੀਂ ਮੰਨਦਾ, ਕੋਈ ਨਹੀਂ ਦੇਖਦਾ। ਜਿੰਨੀਆਂ ਦੀਵਾਰਾਂ ਦੇ ਪੋਸਟਰ ਲੱਗੇ ਹੋਏ ਨੇ ਉਹ ਗਲਤ ਹੈ, ਉਹ ਨਹੀਂ ਲਾਣੇ ਚਾਹੀਦੇ। ਲੋਕਾਂ ਨੂੰ ਇਸ ਨਾਲ ਪਰੇਸ਼ਾਨੀ ਹੁੰਦੀ ਹੈ, ਲੋਕਾਂ ਦੇ ਘਰਾਂ ਦੇ ਬਾਹਰ ਤੁਸੀਂ ਗੰਦਗੀ ਫੈਲਾ ਰਹੇ ਹੋ, ਜਦਕਿ ਤੁਸੀਂ
ਸਵੱਛ ਭਾਰਤ ਅਭਿਆਨ ਦਾ ਇਹ ਵੀ ਇੱਕ ਹਿੱਸਾ ਵਾ। ਬਿਲਕੁਲ ਜ਼ਿੰਮੇਵਾਰੀ ਕੈਂਡੀਡੇਟਾਂ ਦੀ ਪਲੱਸ ਇਲੈਕਸ਼ਨ ਕਮਿਸ਼ਨ ਦੀ। ਦੂਜੀ ਗੱਲ ਇਹ ਹੈ ਕਿ ਜੇ ਭਾਵੇਂ ਉਹ ਬੈਨਰ ਨੇ ਭਾਵੇਂ ਕੁਝ ਵੀ ਹੈ, ਜਿਹੜੇ ਕੋਈ ਕੈਂਡੀਡੇਟ ਲਾਉਂਦੇ ਨੇ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਉਹਨਾਂ ਨੂੰ ਰਿਮੂਵ ਜ਼ਰੂਰ ਕਰਾਉਣ। ਤੇ ਇਸ ਤੋਂ ਇਲਾਵਾ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਦੇ ਸਾਰੇ ਇਹ ਜਿੰਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਇਹ ਸਾਰੇ ਰਿਮੂਵ ਕਰਵਾਉਣ। ਤੇ ਜੇ ਕੋਈ ਉਹਦੇ ਵਿੱਚ ਕੋਈ ਉਹਨਾਂ ਨੂੰ ਕਤਾਈ ਹੁੰਦੀ ਆ ਤਾਂ ਉਹ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਅਫਸਰ ਦੀ ਜ਼ਿੰਮੇਵਾਰੀ ਫਿਕਸ ਕਰਨ। ਬਿਲਕੁਲ ਉਮੀਦਵਾਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਸ਼ਹਿਰ ਨੂੰ ਖੂਬਸੂਰਤ ਬਣਾਉਣਾ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ। ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਲੋਕੀ ਦੇਖੋ ਲੱਖਾਂ ਰੁਪਇਆਂ ਦਾ ਅਗਲਾ ਆਪਣਾ ਪੇਂਟ ਕਰਾਉਂਦਾ। ਅੱਜ ਕਿਸੇ ਦੇ ਵੀ ਕੋਈ ਪੇਂਟ ਦਾ ਕੰਮ ਹੁੰਦਾ ਤਾਂ ਅਗਲਾ ਪਹਿਲਾਂ ਮੈਚਿੰਗ ਕਰਾ ਕੇ ਕਲਰ ਮੈਚਿੰਗ ਹੁੰਦੀ ਆ ਤਾਂ ਜਾ ਕੇ ਅਗਲੇ ਘਰ ਆਪਣੀਆਂ ਘਰਾਂ ਨੂੰ ਕੋਠੀਆਂ ਨੂੰ ਆਪਣੀਆਂ ਬਿਲਡਿੰਗਸ ਨੂੰ ਵਧੀਆ ਖੂਬਸੂਰਤ ਬਣਾਉਂਦੇ ਨੇ। ਉਹ ਲੋਕਾਂ ਦਾ ਪੈਸਾ ਲੱਗਾ ਹੁੰਦਾ, ਲੇਕਿਨ ਉਹ ਇੱਕ ਸ਼ਰਮ ਦੇ ਮਾਰੇ ਕਿ ਕੋਈ ਕੈਂਡੀਡੇਟ ਆ ਉਹਨਾਂ ਦਾ ਲੱਗਾ ਜੀ ਅਸੀਂ ਉਤਾਰਾਂਗੇ ਤੇ ਅਗਲਾ ਕਹੇਗਾ ਜੀ ਹੱਦ ਹੋ ਗਈ, ਸ਼ਾਇਦ ਸਾਡੇ ਵਿਰੋਧੀ ਨੇ। ਉਹ ਇਸ ਸ਼ਰਮ ਦੇ ਮਾਰੇ ਅਗਲਾ ਨਹੀਂ ਕਹਿੰਦਾ, ਲੇਕਿਨ ਉਹਨਾਂ ਦਾ ਨੁਕਸਾਨ ਤਾਂ ਹੁੰਦਾ। ਸ਼ਹਿਰ ਦੀ ਖੂਬਸੂਰਤੀ ਨੂੰ ਵਿਗਾੜਦੀਆਂ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖੀਆਂ ਤੇ ਲੋਕਾਂ ਦੇ ਵਿਊ ਵੀ ਤੁਸੀਂ ਸੁਣੇ ਕਿ ਕਿਸ ਤਰ੍ਹਾਂ ਲੋਕ ਪਰੇਸ਼ਾਨੀ ਦੇ ਵਿੱਚ ਵੀ ਉਮੀਦਵਾਰਾਂ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਨੇ। ਜਿਹੜੇ ਉਮੀਦਵਾਰਾਂ ਵੱਲੋਂ ਉਹਨਾਂ ਦੀਆਂ ਦੀਵਾਰਾਂ ਦੇ ਉੱਤੇ ਇਸ ਤਰ੍ਹਾਂ ਦੇ ਪੋਸਟਰ ਲਗਾ ਕੇ ਦੀਵਾਰਾਂ ਦੀ ਖੂਬਸੂਰਤੀ ਅਤੇ ਪੇਂਟ ਨੂੰ ਖਰਾਬ ਕਰ ਦਿੱਤਾ ਗਿਆ ਤੇ ਲੋਕਾਂ ਦਾ ਕਹਿਣਾ ਹੈ ਕਿ ਉਮੀਦਵਾਰ ਖੁਦ ਇਹਨਾਂ ਪੋਸਟਰਾਂ ਨੂੰ ਹਟਾਉਣ। ਜੇ ਉਮੀਦਵਾਰ ਨਹੀਂ ਹਟਾਉਂਦੇ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਉਮੀਦਵਾਰਾਂ ਦੇ ਉੱਤੇ ਕਾਰਵਾਈ ਕਰਨ ਦੀ। ਦੇਖਣਾ ਇਹ ਹੋਵੇਗਾ ਕਿ ਹੁਣ ਉਮੀਦਵਾਰ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਨੇ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਤੇ ਸ਼ਹਿਰ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਵਿੱਚ ਲੋਕਾਂ ਦਾ ਸਹਿਯੋਗ ਕਰਦਾ ਵਾ। ਕੈਮਰਾਮੈਨ ਬਲਵਿੰਦਰ ਗੋਲਡੀ ਦੇ ਨਾਲ ਵਿਵੇਕ ਟਲ, ਚਰਚਾ ਟੀਵੀ, ਲੁਧਿਆਣਾ।